सत श्री अकाल जी। मैं दलविंदर सिंह बरनाला वारस पंजाब दे न्यूजीलैंड इकाई तो तुहाडा स्वागत करदा हाँ। अज थोड़ी मुलाकात कराउण जा रहे हैं साडे ही इकाई दे मैंबर गुरजोत सिंह नाल। गुरजोत सिंह जी स्वागत है। वाहिगुरू जी का खालसा वाहिगुरू जी की फतेह। वीर जी थोड़ी जी मैं बैकग्राउंड इंट्रोडक्शन दे देवां कि गुरजोत सिंह इकाई वालों चलाए जा रहे खालसा स्कूल दे विच काफ़ी एक्टिवली पार्टिसिपेट करते हैं तो अज असी इनफॉर्मेशन लैने इन्हां तो कि इन्हां दा खालसा स्कूल दे विच जिहड़ा पार्टिसिपेशन हैगी वो किस तरीके दे नाल चल रही है तो किस तरीके दे नाल रिस्पॉन्स मिल रहा है। सब तो पहले गुरजोत सिंह जी दसो कि ये खालसा स्कूल दा आइडिया कित्थों आया? ਅਸੀਂ जब वर्कशॉप्स कर रहे ਸੀਗੇ पिछले साल ਆਪਣੇ ਵਾਰਸ ਪੰਜਾਬ ਦੀ ਇਕਾਈ ਦੇ ਥਰੂ ਹੀ ਤੇ ਤਾਂ ਅਸੀਂ ਵਰਕਸ਼ਾਪਸ ਦੇ ਅੰਦਰ ਅਸੀਂ ਬੱਚਿਆਂ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਅਸੀਂ ਮਹੀਨੇ 'ਚ ਇੱਕ ਵਾਰ ਕਰ ਰਹੇ ਸੀਗੇ ਜੀ। ਤੇ ਉੱਥੋਂ ਸਾਨੂੰ ਫੀਲ ਹੋਇਆ ਕਿ ਬੱਚਿਆਂ ਨਾਲ ਹੋਰ ਸਮਾਂ ਚਾਹੀਦਾ ਹੈ, ਬੱਚਿਆਂ ਨਾਲ ਹੋਰ ਗੱਲ ਕਰਨੀ ਚਾਹੀਦੀ ਹੈ। ਫਿਰ ਉੱਥੋਂ ਦੀ ਸਾਨੂੰ ਆਇਆ ਕਿ ਅਸੀਂ ਲੋਕਲ ਪੰਜਾਬੀ ਸਕੂਲਸ ਨੂੰ ਦੇਖਿਆ ਉਹ ਕਿਦਾਂ ਸਟਰਕਚਰ ਉਹਨਾਂ ਦਾ ਕੀ ਹੈ ਤੇ ਮੈਜੋਰਟੀ ਜਿਹੜੇ ਜ਼ਿਆਦਾਤਰ ਸਨ ਉਹ ਪੰਜਾਬੀ ਤੇ ਹੀ ਬੇਸ ਸੀਗੇ ਤੇ ਅਸੀਂ ਫਿਰ ਇੱਕ ਸਟਰਕਚਰ ਕ੍ਰੀਏਟ ਕੀਤਾ ਕਿ ਜਿਸ ਵਿੱਚ ਪੰਜਾਬੀ ਲੈਂਗੁਏਜ ਵੀ ਹੋਵੇ, ਭਾਸ਼ਾ ਵੀ ਹੋਵੇ ਤੇ ਸਿੱਖ ਇਤਿਹਾਸ, ਸਿੱਖ ਫਲਸਫਾ ਤੇ ਗੁਰਬਾਣੀ ਤੇ ਅਸੀਂ ਇਹਦਾ ਸੰਮੇਲ ਕਰਕੇ ਇੱਕ ਪੂਰਾ ਇੱਕ ਸਿਲੇਬਸ ਬਣਾਇਆ ਜੀ। ਤੇ ਅਸੀਂ ਅਪਰੋਚ ਕੀਤੀ ਕਈ ਗੁਰੂ ਘਰਾਂ ਨੂੰ ਜਿਸ ਵਿੱਚੋਂ ਇੱਕ ਗੁਰੂ ਘਰ ਨੇ ਸਾਨੂੰ ਐਕਸੈਪਟ ਕੀਤਾ ਜੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇਹਨੂੰ ਐਜ਼ ਇਟ ਇਜ਼ ਇੱਥੇ ਕਰੋ ਤੇ ਫਿਰ ਅਸੀਂ ਉਹ ਉਸ ਗੁਰੂ ਘਰ ਵਿੱਚ ਸਟਾਰਟ ਕਰਤਾ ਉਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ। ਜਦੋਂ ਪਹਿਲਾਂ ਤੁਸੀਂ ਸਟੈਬਲਿਸ਼ਮੈਂਟ ਕਰ ਰਹੇ ਸੀ ਸਕੂਲ ਦੀ ਸਭ ਤੋਂ ਪਹਿਲਾਂ ਕਿਹੜੀ ਖਾਸ ਆਬਸਟੈਕਲਸ ਕਿਹੜੀਆਂ ਪ੍ਰੋਬਲਮਸ ਆਈਆਂ ਜਿਨ੍ਹਾਂ ਨੂੰ ਤੁਹਾਨੂੰ ਸਟਰਗਲ ਹੋਏ ਸੈਟਅਪ ਕਰਨ ਦੇ ਵਿੱਚ ਤੇ ਉਹ ਆਊਟਸੋਰਸਿੰਗ ਸੀਗੀ ਕੋਈ ਜਗ੍ਹਾ ਦੀ ਸੀ ਜਾਂ ਸਿਲੇਬਸ ਦੀ ਸੀ ਜਾਂ ਕਿਸ ਚੀਜ਼ ਨੂੰ ਲੈ ਕੇ ਤੁਸੀਂ ਸਭ ਤੋਂ ਵੱਧ ਸਟਰਗਲ ਕੀਤਾ? ਨਹੀਂ ਇਹਨੂੰ ਮੈਂ ਸਟਰਗਲ ਤੇ ਨਹੀਂ ਕਹਾਂਗਾ ਬਟ ਇਹ ਕਿ ਸੀ ਜਿਹੜਾ ਸਟਾਰਟਿੰਗ ਵਿੱਚ ਸਾਨੂੰ ਸੀਗਾ ਕਿ ਹਾਂ ਥਾਂ ਕਿਹੜੀ ਹੋਏਗੀ, ਅਗਰ ਕਿੰਨੇ ਬੱਚੇ ਹੋਣਗੇ ਇਹਨਾਂ ਨੂੰ ਬਿਠਾਉਣਾ ਕਿੱਥੇ ਹੈ, ਫਿਰ ਬੱਚੇ 3-4 ਘੰਟੇ ਸਾਡੇ ਕੋਲ ਹੋਣਗੇ ਤਾਂ ਉਹਨਾਂ ਦਾ ਲੰਗਰ ਪਾਣੀ ਦਾ ਕੀ ਕਰਨਾ ਹੈ। ਬਟ ਉਹ ਹੈ ਕਿ ਤੁਸੀਂ ਇੱਕ ਕਦਮ ਪੁੱਟਦੇ ਤਾਂ ਗੁਰੂ ਸਾਹਿਬਾਨ ਆਪ ਤੁਹਾਡਾ ਹੱਥ ਫੜ ਲੈਂਦੇ ਨੇ। ਅਸੀਂ ਅਜੇ ਸੋਚਿਆ ਹੀ ਸੀਗਾ ਸਾਡਾ ਜਿਹੜਾ ਪਲਾਨ ਸੀਗਾ ਉਹ ਪੇਪਰ ਤੇ ਹੀ ਸੀਗਾ ਤੇ ਸਾਨੂੰ ਆਲਰੇਡੀ ਗੁਰੂ ਘਰ ਨੇ ਅਪਰੋਚ ਕਰ ਲਈ ਸੀਗੀ ਤੇ ਉਹਨਾਂ ਦਾ ਆਲਰੇਡੀ ਇੱਕ ਸਟਰਕਚਰ ਚੱਲ ਰਿਹਾ ਸੀਗਾ। ਅਸੀਂ ਉਹਨੂੰ ਉਸ ਵਿੱਚ ਮਿਲ ਕੇ ਉਹਨਾਂ ਦੇ ਸਟਰਕਚਰ ਵਿੱਚ ਮਿਲ ਕੇ ਉਹਨੂੰ ਹੋਰ ਵਧੀਆ ਕਰਨ ਦਾ ਉਸਾਰੂ ਕਰਨ ਦਾ ਉਹਨੂੰ ਪੰਜਾਬੀ ਸਕੂਲ ਤੋਂ ਥੋੜਾ ਵਾਸਟ ਕਰਕੇ ਉਹਨੂੰ ਵਧਾ ਕੇ ਪੰਜਾਬੀ ਸਿੱਖ ਇਤਿਹਾਸ ਫਿਲੋਸਫੀ ਗੁਰਬਾਣੀ ਉਸ ਵਿੱਚ ਇਨਕਲੂਡ ਕੀਤੀ ਤੇ ਕਾਫੀ ਅੱਛਾ ਉਹਦਾ ਹੁਣ ਇੱਕ ਸਮੈਸਟਰ ਅਸੀਂ ਲਾ ਬੈਠੇ ਹਾਂ, ਦੂਜਾ ਸਮੈਸਟਰ ਅਸੀਂ ਸਟਾਰਟ ਕੀਤਾ ਤੇ ਕਾਫੀ ਅੱਛਾ ਉਹਦਾ ਰਿਸਪੌਂਸ ਹੈ ਜੀ। ਇਹ ਖਾਲਸਾ ਸਕੂਲ ਦੀ ਕੀ ਟਾਈਮਿੰਗ ਹੈ ਜੀ? ਕਿਹੜਾ ਦਿਨ ਤੇ ਕਿਸ ਟਾਈਮਿੰਗ ਨੂੰ ਇਹ ਚੱਲਦਾ ਹੈਗਾ? ਹਾਂਜੀ ਇਹ ਹਰ ਸ਼ਨੀਵਾਰ ਨੂੰ ਚੱਲਦੇ ਆ ਜੀ। ਇਸ ਵਿੱਚ 2 ਤੋਂ 5 ਵਜੇ ਤੱਕ ਜਿਹੜਾ ਕੰਪਲਸਰੀ ਹੈ ਸਕੂਲ ਜੀ। 2 ਵਜੇ ਸਭ ਤੋਂ ਪਹਿਲਾਂ ਅਸੀਂ ਅਰਦਾਸ ਕਰਦੇ ਹਾਂ, ਸਾਰੇ ਬੱਚੇ ਇੱਕ ਸ਼ਬਦ ਪੜ੍ਹ ਕੇ ਅਰਦਾਸ ਕਰਕੇ ਆਪਣੀ ਜਿਹਨੂੰ ਪ੍ਰੇਅਰ ਕਹਿ ਦਈਦਾ ਜੀ। ਉਸ ਤੋਂ ਬਾਅਦ ਫਿਰ ਸਾਡੀ 2 ਵਜੇ ਤੋਂ ਲੈ ਕੇ 3:15 ਤੱਕ ਪਹਿਲੀ ਪੰਜਾਬੀ ਭਾਸ਼ਾ ਦੀ ਕਲਾਸ ਰਹਿੰਦੀ ਹੈ ਜੀ ਜੋ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਪੰਜਾਬੀ ਦੇ ਲੈਵਲ ਤੇ ਹੁੰਦੀ ਹੈ, ਏਜ ਬੇਸ ਨਹੀਂ ਹੁੰਦੀ, ਉਹ ਉਮਰ ਦੇ ਨਿਰਧਾਰਿਤ ਨਹੀਂ ਹੁੰਦੀ। ਬੱਚੇ ਨੂੰ ਅਗਰ ਊੜਾ ਐੜਾ ਨਹੀਂ ਵੀ ਆਉਂਦਾ ਜਾਂ ਆਉਂਦਾ ਭਾਵੇਂ 9 ਸਾਲ ਦਾ ਭਾਵੇਂ 14 ਸਾਲ ਦਾ ਉਹ ਇੱਕ ਕਲਾਸ ਵਿੱਚ ਰਹੇਗਾ ਤੇ ਜਿਵੇਂ ਉਹਨੂੰ ਐਵੇਂ ਕਲਾਸ ਨੂੰ 4-5 ਭਾਗਾਂ 'ਚ ਡਿਵਾਈਡ ਕੀਤਾ ਹੋਇਆ ਤੇ 5 ਲੈਵਲ ਤੱਕ ਦੀ ਪੰਜਾਬੀ ਭਾਸ਼ਾ ਸਿੱਖਦੇ ਨੇ। ਲਰਨਿੰਗ ਬੇਸਡ ਕਲਾਸਿਸ ਬਣਾਈਆਂ ਹੋਈਆਂ ਹਾਂਜੀ। ਫਿਰ ਉਸ ਤੋਂ ਬਾਅਦ ਫਿਰ ਅੱਧੇ ਘੰਟੇ ਦੀ ਸਾਡੀ ਬ੍ਰੇਕ ਹੁੰਦੀ ਹੈ ਜਿਹਨੂੰ ਲੰਗਰ ਬ੍ਰੇਕ ਕਹੀਦਾ ਜੀ ਤੇ ਉਸ ਤੋਂ ਬਾਅਦ ਫਿਰ ਸਾਡੀ 20 ਤੋਂ 25 ਮਿੰਟ ਦੀ ਗੁਰਬਾਣੀ ਸੰਥਿਆ ਦੀ ਕਲਾਸ ਚੱਲਦੀ ਹੈ। ਅਸੀਂ ਬਹੁਤ ਸਲੋਲੀ ਚੱਲਦੇ ਹਾਂ। ਹੁਣ ਤੱਕ ਅਸੀਂ ਪਿਛਲੇ ਸਮੈਸਟਰ ਨੂੰ ਇਨਕਲੂਡ ਕਰਕੇ ਹੁਣ ਤੱਕ ਅਸੀਂ 20 ਪੌੜੀਆਂ ਜਪਜੀ ਸਾਹਿਬ ਦੀਆਂ ਅਸੀਂ ਕਰ ਚੁੱਕੇ ਹਾਂ ਬੱਚਿਆਂ ਨਾਲ ਤੇ ਲਗਭਗ ਅਸੀਂ ਕੋਸ਼ਿਸ਼ ਕਰਦੇ ਨਾਲ ਸ਼ੁੱਧ ਉਚਾਰਨ ਵੀ ਕਰਨ ਤੇ ਨਾਲ ਉਹਨਾਂ ਨੂੰ ਕੰਠ ਵੀ ਹੋ ਜਾਣ ਤੇ ਬੜੇ ਧੀਰੇ ਸਹਿਜੇ ਚੱਲਦੇ ਹਾਂ। ਉਹਨੂੰ ਜ਼ਿਆਦਾ ਜ਼ੋਰ ਤੇਜ਼ ਚੱਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਬੱਚਿਆਂ ਦੇ ਅਕੋਰਡਿੰਗ ਉਹਨੂੰ ਅਡੈਪਟ ਕਰੀਦਾ ਤੇ ਜਿਹੜੀ ਆਖਰੀ ਜਿਹੜੀ ਕਲਾਸ ਹੁੰਦੀ ਹੈ 5-10 ਮਿੰਟ ਦੇ ਬ੍ਰੇਕ ਤੋਂ ਬਾਅਦ ਉਹ ਹੁੰਦੀ ਹੈ ਸਿੱਖ ਇਤਿਹਾਸ ਦੀ ਤੇ ਸਿੱਖ ਫਲਸਫੇ ਦੀ ਜੀ। ਉੱਥੇ ਅਸੀਂ ਇਤਿਹਾਸ ਤੋਂ ਸਾਖੀਆਂ ਲੈ ਕੇ ਕੋਈ ਨਾ ਕੋਈ ਇੱਕ ਸੰਦਰਭ ਨੂੰ ਅਸੀਂ ਕਲੀਅਰ ਕਰ ਰਹੇ ਹੁੰਦੇ ਹਾਂ ਬੱਚਿਆਂ ਦੇ ਨਾਲ ਜੀ ਜੀ। ਇਹ ਦੱਸੋਗੇ ਤੁਸੀਂ ਕਿਸ ਏਜ ਗਰੁੱਪ ਤੋਂ ਇਹ ਕਲਾਸਿਸ ਸ਼ੁਰੂ ਹੁੰਦੀਆਂ ਨੇ ਤੇ ਤੁਹਾਡਾ ਇੱਕ ਦਿਨ ਦਾ ਰੂਟੀਨ ਤੁਸੀਂ ਕਾਫੀ ਦੱਸ ਦਿੱਤਾ, ਜਿਵੇਂ ਕੋਈ ਚੀਜ਼ ਹੋਰ ਰੂਟੀਨ ਦੇ ਵਿੱਚ ਜਿਹੜੀ ਹੈਗੀ ਰੂਟੀਨ ਤੋਂ ਲੈ ਕੇ ਸਮਾਪਤ ਤੱਕ ਤੁਸੀਂ ਦੱਸਣਾ ਚਾਹੁੰਦੇ ਹੋ? ਹਾਂਜੀ ਇਸ ਵਿੱਚ ਜਿਹੜਾ ਏਜ ਹੁੰਦੀ ਆ ਉਹ ਹੋਇਆ ਜੀ ਅਸੀਂ 4 ਸਾਲ ਤੋਂ ਬੱਚੇ ਨੂੰ 15 ਸਾਲ ਤੱਕ 16 ਸਾਲ ਤੱਕ ਲੈਂਦੇ ਆ ਜੀ। ਉਹ ਤਦ ਤੱਕ ਸਕੂਲ ਵਿੱਚ ਆ ਸਕਦੇ ਨੇ। ਇਹ ਪੰਜਾਬੀ ਜਿਹੜਾ ਮੈਂ ਤੁਹਾਨੂੰ ਸਟਰਕਚਰ ਦੱਸਿਆ ਇਹ ਕੰਪਲਸਰੀ ਹੈ, ਬੱਚਿਆਂ ਨੂੰ ਆਉਣਾ ਹੀ ਕਰਨਾ। ਅਗਰ ਉਹਨੇ ਪੰਜਾਬੀ ਸਕੂਲ ਵਿੱਚ ਆਉਣਾ ਤੇ 2 ਤੋਂ 5 ਉਹਨਾਂ ਉੱਥੇ ਰਹਿਣਾ ਹੀ ਹੈ। ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ 3-4 ਹੋਰ ਆਪਸ਼ਨਲ ਕਲਾਸਿਸ ਦਿੱਤੀਆਂ ਹੋਈਆਂ ਨੇ। ਅਸੀਂ
ਸਾਡੀ 12:45 ਤੋਂ ਲੈ ਕੇ 1:45 ਤੱਕ ਗੁਰਮਤ ਸੰਗੀਤ ਦੀ ਕਲਾਸ ਚੱਲਦੀ ਹੈ ਜੀ। ਜੋ ਇੱਥੇ ਦੇ ਕਾਫੀ ਜਿਨ੍ਹਾਂ ਨੇ ਡਾਕਟਰੇਟ ਕੀਤੀ ਹੋਈ ਹੈ, ਐਮਫਿਲ ਕੀਤੀ ਹੋਈ ਹੈ ਮਿਊਜ਼ਿਕ ਦੇ ਅੰਦਰ, ਜੀ। ਉਹ ਕਰ ਰਹੇ ਨੇ। ਜਿਨ੍ਹਾਂ ਨੇ ਪ੍ਰਭਾਕਰ ਤਬਲੇ ਤੇ ਕੀਤੀ ਹੋਈ ਹੈ, ਜੀ। ਐਵੇਂ ਦੇ ਸੂਝਵਾਨ ਵੀਰ ਨੇ, ਉਹ ਉੱਥੇ ਆ ਕੇ ਸੇਵਾ ਨਿਭਾਉਂਦੇ ਨੇ। ਫਿਰ ਜਿਵੇਂ 5 ਵਜੇ ਸਾਡਾ ਪੰਜਾਬੀ ਹਿਸਟਰੀ ਕਲਾਸ ਖਤਮ ਹੁੰਦੀ ਹੈ, ਉਸ ਤੋਂ ਬਾਅਦ ਗੱਤਕੇ ਦੀ ਇੱਕ ਆਪਸ਼ਨਲ ਕਲਾਸ ਦਿੱਤੀ ਹੋਈ ਹੈ ਜੀ ਕਿ ਕੀਰਤਨ ਤੇ ਗੱਤਕੇ ਦੀ ਆਪਸ਼ਨਲ ਹੈ। ਜਿਨ੍ਹਾਂ ਬੱਚਿਆਂ ਦਾ ਇੰਟਰਸਟ ਆ ਉਹ ਕਰ ਸਕਦੇ ਨੇ, ਮਗਰ 2 ਤੋਂ 5 ਪੰਜਾਬੀ ਭਾਸ਼ਾ, ਸਿੱਖ ਇਤਿਹਾਸ, ਫਲਸਫੀ ਤੇ ਗੁਰਬਾਣੀ ਇਹ ਕੰਪਲਸਰੀ, ਇਸ ਵਿੱਚ ਕੋਈ ਆਪਸ਼ਨਲ ਨਹੀਂ ਹੈ। ਜੀ ਜੀ। ਇਸ ਤੇ ਸਕੂਲ ਦਾ ਸਿਲੇਬਸ ਕੀ ਹੈ ਜੀ? ਸਿਲੇਬਸ ਸਾਨੂੰ ਡਿਟੇਲ ਦੱਸੋਗੇ ਵੀ ਕਿਸ ਕਨਸੈਪਟ ਨੂੰ, ਕਿਸ ਸਬਜੈਕਟ ਨੂੰ ਤੁਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਥਰੂ ਆਊਟ ਲਾਸਟ ਸਮੈਸਟਰ ਵੀ ਤੁਸੀਂ ਕੀਤਾ, ਤੇ ਬੱਚਿਆਂ ਦਾ ਕਿੱਦਾਂ ਦਾ ਰਿਸਪੌਂਸ ਸੀਗਾ? ਜਿਹੜਾ ਪੰਜਾਬੀ ਦਾ ਉਹ ਤੇ ਅਸੀਂ ਐਜ਼ ਇਹਨਾਂ ਦੇ ਲੈਵਲ ਤੇ ਬਣਾਇਆ ਹੋਇਆ ਜੀ। ਤੇ ਇਹ ਜਿਵੇਂ ਅਸੀਂ ਹਿੰਦੁਸਤਾਨ ਦੇ ਪੰਜਾਬ ਦੇ ਅੰਦਰ ਖਾਸ ਕਰ ਜਿਵੇਂ ਪੰਜਾਬੀ ਦਾ ਜਿਹੜਾ ਸਿਲੇਬਸ ਹੁੰਦਾ ਹੈ, ਉਹ ਇੱਥੇ ਨਹੀਂ ਚੱਲਣਾ। ਉਹਦਾ ਕਾਰਨ ਹੈ ਕਿ ਉੱਥੇ ਦੇ ਬੱਚੇ ਘਰ ਵਿੱਚ ਪੰਜਾਬੀ ਬੋਲ ਰਹੇ ਨੇ, ਕੋਈ ਹੋਰ ਭਾਸ਼ਾ ਨਹੀਂ ਹੈ, ਤੇ ਉਹ ਘਰ ਵੀ ਇਹਨਾਂ ਦੀ ਆਪਣੇ ਆਪ ਹੀ ਸਹਿਜ ਸੁਭਾਅ ਪ੍ਰੈਕਟਿਸ ਹੋ ਰਹੀ ਹੈ ਨਾ, ਅਭਿਆਸ ਕਰ ਰਹੇ ਨੇ। ਤੇ ਇੱਥੇ ਦੇ ਬੱਚਿਆਂ ਦਾ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ, ਥੋੜਾ ਵੱਖਰਾ ਹੋ ਜਾਂਦਾ, ਕਿਉਂਕਿ ਉਹ ਸੋਚ ਅੰਗਰੇਜ਼ੀ ਚ ਰਹੇ ਹੁੰਦੇ ਨੇ ਤੇ ਉਹ ਜਹਾਂ ਟ੍ਰਾਂਸਲੇਸ਼ਨ ਉਹ ਸਿੱਖ ਪੰਜਾਬੀ ਰਹੇ ਨੇ, ਤੇ ਹੁਣ ਉਹ ਪੰਜਾਬੀ ਨੂੰ ਵੀ ਇੰਗਲਿਸ਼ ਤੋਂ ਰਿਲੇਟ ਕਰਕੇ ਸਿੱਖਣਗੇ ਜੀ। ਤੇ ਜੇ ਉਹਨਾਂ ਨੂੰ ਸਮਝਾਉਣਾ ਹੈ ਕਿ ਇਸ ਵਿੱਚ ਵਰਬਸ, ਇੰਗਲਿਸ਼ ਦੀ ਵਰਬਸ ਕਿਹੜੀਆਂ ਨੇ, ਅੱਛਾ ਵਰਬਸ ਦੀ ਕੀ ਡਿਫਾਈਨ ਕਰਤਾ ਉਹਨੂੰ ਇੰਗਲਿਸ਼ ਵਿੱਚ, ਫਿਰ ਉਹਨੂੰ ਪੰਜਾਬੀ ਚ ਕਰਤਾ ਕਿ ਇੱਥੇ ਕਿਰਿਆ ਕਿਹਨੂੰ ਕਹਿੰਦੇ ਨੇ, ਹਨਾ, ਫਿਰ ਉਹਨੂੰ ਕਿੱਦਾਂ ਆਇਡੈਂਟੀਫਾਈ ਕਰਨਾ ਹੈ। ਉਹ ਮਿਰਰ ਇਮੇਜ ਇੰਗਲਿਸ਼ ਦੇ ਨਾਲ ਚੱਲਦੀ ਹੈ ਕਿ ਅਗਰ ਪੰਜਾਬੀ ਚ ਕੋਈ ਮਾਤਰਾ ਅਸੀਂ ਪਾ ਰਹੇ ਹਾਂ ਤੇ ਕਾਈਟ ਇਹ ਦੀ ਮਾਤਰਾ ਆ ਰਹੀ ਹੈ ਨਾ, ਉਹਨੂੰ ਕਿਦਾਂ ਈ ਨੂੰ ਸਿਹਾਰੀ ਨੂੰ ਕਿਦਾਂ ਕਰਨਾ ਹੈ, ਕਾਈ ਏਟ, ਉਹ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਇੰਗਲਿਸ਼ ਦੇ ਵਰਡਸ ਲੈ ਕੇ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਉੱਥੋਂ ਸਮਝਣਾ ਕਿੰਗ ਕਹਿਣਾ, ਅੱਛਾ ਕਿੰਗ ਵਿੱਚ ਹੁਣ ਕਿਹੜੀ ਮਾਤਰਾ ਆ ਰਹੀ ਹੈ, ਤੇ ਫਿਰ ਉੱਥੋਂ ਸਮਝਣਗੇ ਅੱਛਾ ਇੱਕ ਕੇ ਆ ਗਿਆ, ਫਿਰ ਉਹਦੇ ਨਾਲ ਕੁਝ ਹੋਰ ਵੀ ਅੱਗੇ ਪਿੱਛੇ ਆ ਰਹੇ ਨੇ, ਉਹ ਕੀ ਚੀਜ਼ਾਂ ਨੇ, ਉੱਥੋਂ ਦੀ ਸਾਊਂਡਸ ਤੋਂ ਕਰਦੇ ਨੇ। ਬਟ ਉਹ ਸਾਊਂਡਸ ਅਸੀਂ ਇੰਗਲਿਸ਼ ਤੋਂ ਹੀ ਚੱਕ ਰਹੇ ਹਾਂ ਕਿਉਂਕਿ ਬੱਚਿਆਂ ਨੂੰ ਇੱਥੋਂ ਦੀ ਆਉਂਦਾ, ਤੇ ਉਹ ਲੈਵਲ ਦੇ ਅਕੋਰਡਿੰਗ ਹੈ। ਤੇ ਜਿਹੜੀ ਹਿਸਟਰੀ ਦੀ ਕਲਾਸ ਹੈ ਉਹ ਅਸੀਂ ਪਹਿਲੀ ਪਾਤਸ਼ਾਹੀ, ਦੂਜੀ ਪਾਤਸ਼ਾਹੀ ਦਾ ਕੀਤਾ ਹੋਇਆ, ਉਸ 2 ਪਾਤਸ਼ਾਹੀ ਦਾ ਪਹਿਲੇ ਸਮੈਸਟਰ ਵਿੱਚ ਕਰ ਲਿੱਤਾ ਸੀਗਾ। ਉਸੇ 'ਚ ਅਸੀਂ ਇਹ ਨਹੀਂ ਕੀਤਾ ਕਿ ਇਹਨਾਂ ਦਾ ਜਨਮ ਕਿਹੜੇ ਸਾਲ ਨੂੰ ਹੋਇਆ ਹੈ, ਕਿਹੜੀ, ਉਸ ਚੀਜ਼ ਅਸੀਂ ਜ਼ਿਆਦਾ ਫੋਕਸ ਹਜੇ ਨਹੀਂ ਕੀਤਾ। ਬਟ ਸਾਡਾ ਜਿਹੜਾ ਮੇਨ ਕੰਸਰਨ ਸੀ ਉਹ ਸੀਗਾ ਕਿ ਉਸ ਸਿਧਾਂਤ ਨੂੰ ਲੈ ਲੈਣ ਕਿ ਅਗਰ ਉਹਨਾਂ ਨੇ ਜਨੇਊ ਦਾ ਖੰਡਨ ਕੀਤਾ ਤੇ ਉਹਦਾ ਕਾਰਨ ਕੀ ਸੀ। ਹੁਣ ਸਾਡੇ ਬੱਚਿਆਂ ਨੂੰ ਉੱਥੇ ਪਤਾ ਹੈ ਕਿ ਜਨੇਊ ਦਾ ਖੰਡਨ ਕੀ, ਉਹ ਜੈਂਡਰ ਡਿਸਕ੍ਰਿਮੀਨੇਸ਼ਨ ਤੇ ਕਾਸਟ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਹੈ, ਉਹ ਵੂਮਨ ਰਾਈਟਸ ਤੇ ਪਹਿਲੀ ਇੰਡੀਵਿਜੂਅਲ ਵੌਇਸ ਹੈ। ਤੇ ਉਹ ਬੱਚਿਆਂ ਨੂੰ ਹੁਣ ਅਸੀਂ ਇਹ ਸੰਦਰਭ ਵਿੱਚ ਦੱਸ ਰਹੇ ਹੁੰਦੇ ਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਕਿਹੜੇ ਸੰਦਰਭ ਵਿੱਚ ਸੋਚ ਰਹੇ ਸੀਗੇ, ਹਿਸਟਰੀ ਨੂੰ ਕਿਉਂ ਰਿਲੇਟ ਕਰ ਰਹੇ ਹੋ ਅੱਜ ਦੀ ਉਹਦੇ ਨਾਲ। ਤੇ ਉਸ ਵਿੱਚ ਰਟਾਫਿਕੇਸ਼ਨ ਅਸੀਂ ਨਹੀਂ ਰੱਖਿਆ ਕਿ ਥਿੱਤਾਂ ਤੇ ਵਾਰਾਂ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਯਾਦ ਰੱਖੋ, ਉਹ ਸਹਿਜ ਸੁਭਾਅ ਧੀਰੇ ਧੀਰੇ 4-5 ਵਾਰ ਸੁਣਨਗੇ, ਉਹਨਾਂ ਨੂੰ ਹੋ ਜਾਣਗੀਆਂ। ਸਾਡਾ ਫੋਕਸ ਉੱਥੇ ਨਹੀਂ ਹੈ। ਸਾਡਾ ਮੇਨ ਫੋਕਸ ਜਿਹੜਾ ਸਾਡਾ ਮੇਨ ਜਿਹੜਾ ਟੀਚਾ ਹੈ ਉਹ ਹੈ ਕਿ ਉਹ ਉਹਨਾਂ ਸਾਖੀਆਂ ਤੋਂ ਆਪਣੇ ਆਪ ਨੂੰ ਰਿਲੇਟ ਕਰ ਸਕਣ। ਹੁਣ ਉਹ ਕੋਈ ਵੀ ਜੈਂਡਰ ਡਿਸਕ੍ਰਿਮੀਨੇਸ਼ਨ ਨੂੰ ਦੇਖਣਗੇ ਆ ਕਿਸੇ ਕਾਈਂਡ ਆਫ ਆਪਣੇ ਸਕੂਲ ਦੇ ਅੰਦਰ ਵਿਚਰਦੇ ਹੋਏ ਕੋਈ ਵੀ ਡਿਸਕ੍ਰਿਮੀਨੇਸ਼ਨ ਦੇਖਣਗੇ ਤੇ ਉਹਨਾਂ ਦੇ ਸੰਦਰਭ ਦੇ ਅੰਦਰ, ਉਹਨਾਂ ਦੇ ਸਾਈਕੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੀ ਉਹ ਤਸਵੀਰ ਆ ਜਾਏਗੀ ਜਿੱਥੇ ਜਨੇਊ ਦਾ ਖੰਡਨ ਕਰ ਰਹੇ। ਜੀ ਬਿਲਕੁਲ। ਤੇ ਲਾਸਟ ਦਾ ਸਮੈਸਟਰ ਰਿਹਾ ਤੇ ਕਿਸ ਤਰੀਕੇ ਦੇ ਨਾਲ ਰਿਸਪੌਂਸ ਰਿਹਾ ਪੇਰੈਂਟਸ ਦਾ ਤੇ ਬੱਚਿਆਂ ਦਾ ਵੀ? ਹਾਂਜੀ, ਥੋੜਾ ਜਿਹਾ ਇਸ ਵਿੱਚ ਰਿਹਾ ਸੀ ਕਿਉਂਕਿ ਪਹਿਲੀ ਵਾਰ ਹੋ ਰਿਹਾ ਸੀਗਾ ਜੀ। ਪੈਰੈਂਟਸ ਨੂੰ ਵੀ ਨਹੀਂ ਪਤਾ ਸੀਗਾ ਕਿ ਅੱਛਾ ਜਦ ਸਿੱਖ ਇਤਿਹਾਸ ਬੋਲ ਰਹੇ ਨੇ ਤੇ ਕੀ ਕਰਨਗੇ ਜੀ। ਤੇ ਪਾਠ ਸੰਥਿਆ ਨੂੰ ਤੇ ਬਹੁਤ ਹਾਰਡ ਟੌਪਿਕ ਮੰਨਿਆ ਜਾਂਦਾ ਕਿ ਇਹਦੇ ਲਗਾ ਮਾਤਰਾ ਦਾ ਧਿਆਨ ਰੱਖਣਾ ਹੁੰਦਾ ਹੈ, ਬਹੁਤ ਉੱਤੇ ਥੱਲੇ ਹੋ ਜਾਏਗਾ, ਅਸੀਂ ਨਹੀਂ ਕਰ ਪਾਉਂਦੇ, ਬੱਚੇ ਕਿੱਦਾਂ ਕਰਨਗੇ। ਤੇ ਇਹ ਸਾਡੇ ਕੋਲ ਕੁਐਸਚਨ ਆਉਂਦੇ ਸੀ। ਅਸੀਂ ਫਿਰ ਉਹਨਾਂ ਨੂੰ ਕਿਹਾ ਸੀ ਕਿ ਕੋਈ ਨਾ, ਸਾਨੂੰ ਪਲਾਨ ਕਰਨ ਦਿਓ, ਅਸੀਂ ਕਰ ਲਾਂਗੇ, ਤੁਸੀਂ ਬਸ ਬੱਚੇ ਭੇਜੋ ਜੀ। ਤੇ ਹੁਣ ਤੱਕ ਜਿਹੜੇ ਮੈਂ ਤੁਹਾਨੂੰ ਦੱਸਿਆ 20 ਪੌੜੀਆਂ ਤੱਕ ਜਪਜੀ ਸਾਹਿਬ ਦਾ ਪਾਠ ਸ਼ੁੱਧ ਬੱਚੇ ਕਰਨਾ ਸ਼ੁਰੂ ਹੋ ਗਏ ਨੇ, ਅਰਥ ਸਮਝਣਾ ਸ਼ੁਰੂ ਹੋ ਗਏ ਨੇ, ਉਸ ਵਿੱਚ ਗੁਰੂ ਸਾਹਿਬਾਨ ਕੀ ਗੱਲ ਕਰ ਰਹੇ ਨੇ ਉਹ ਕਰ ਰਹੇ ਨੇ। ਤੇ ਅਸੀਂ ਹੁਣ ਜਪਜੀ ਸਾਹਿਬ ਜਿੱਦਾਂ ਹੀ ਸਾਡੀ ਕੰਪਲੀਟ ਹੋਏਗੀ ਅਸੀਂ ਫਿਰ ਰਾਜ ਸਾਹਿਬ ਤੇ ਆਵਾਂਗੇ, ਫਿਰ ਨਿਤਨੇਮ ਦੀ ਹੋਰ ਜਾਪ ਸਾਹਿਬ ਤੋਂ ਪ੍ਰਸਾਦ ਸੋਈ ਆਨੰਦ ਸਾਹਿਬ ਚੌਪਈ ਸਾਹਿਬ ਅਸੀਂ ਉਸ ਤੇ ਆਵਾਂਗੇ। ਜਦ ਉਹ ਕੰਪਲੀਟ ਹੋ ਜਾਣੀਆਂ ਫਿਰ ਅਸੀਂ ਹੋਰ ਬਾਣੀਆਂ ਵਿੱਚ ਉਸ ਇਨਕਲੂਡ ਕਰਦੇ ਰਹਾਂਗੇ। ਅਸੀਂ ਬਾਣੀ ਵਾਈਜ਼ ਬਾਣੀ ਉਹ ਸੰਥਿਆ ਦੀ ਕਲਾਸ ਕਰਾਵਾਂਗੇ। ਤੇ ਜਿਹੜੀ ਪੰਜਾਬੀ ਦੀ ਕਲਾਸ ਹੈ, ਜਿਹੜੀ ਸੀਨੀਅਰ ਕਲਾਸ ਹੈ, ਜਿਹੜੀ ਸਭ ਟੌਪ ਸੀਨੀਅਰ ਹੈ, ਜਿਹੜੀ 5ਵੀਂ ਕਲਾਸ ਹੈ, ਉਸੇ ਅਸੀਂ ਗੁਰਬਾਣੀ ਵਿਆਕਰਣ ਸਟਾਰਟ ਕਰਤੀ ਹੈ, ਗੁਰਬਾਣੀ ਵਿਆਕਰਣ ਜੀ। ਤੇ ਹੁਣ ਉਸ ਤੇ ਅਸੀਂ ਜ਼ਿਆਦਾ ਫੋਕਸ ਕੀਤਾ ਹੋਇਆ ਕਿ ਉਹ ਗੁਰਬਾਣੀ ਦੀ ਵਿਆਕਰਣ ਤੇ ਜ਼ਿਆਦਾ ਉਹਨਾਂ ਦੀ ਪਕੜ ਹੋਵੇ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ ਉਹਨਾਂ ਦਾ ਹੋਰ ਸੁਖਾਲਾ ਜਿਹਾ ਹੋ ਜਾਵੇ। ਤੇ
ਇਸ ਹਿਸਾਬ ਨਾਲ ਇਸ ਸਟਰਕਚਰ ਨੂੰ ਅਸੀਂ ਕ੍ਰੀਏਟ ਕਰ ਰਹੇ ਹਾਂ ਜੀ। ਤੇ ਜਿਹੜੀ ਇਹਦੀ ਟਾਈਮਿੰਗ ਹੈ ਜੀ ਉਹ ਆਪਣਾ ਵਿਦਨ ਨਿਊਜ਼ੀਲੈਂਡ ਸਕੂਲ ਸਿਸਟਮ ਦੇ ਨਾਲ ਹੀ ਚੱਲਦੀ ਹੈ, ਮਤਲਬ ਕਿ ਜਦੋਂ ਹੌਲੀਡੇ ਸਕੂਲਸ ਹੌਲੀਡੇਜ਼ ਹੁੰਦੀਆਂ ਜਾਂ ਇਹ ਹੌਲੀਡੇਜ਼ ਦੇ ਵਿੱਚ ਵੀ ਆਪਰੇਟ ਕਰਦਾ ਹੈ? ਮੋਸਟਲੀ ਅਸੀਂ ਹੌਲੀਡੇ ਦੇ ਵਿੱਚ ਵੀ ਕਰਦੇ, ਬਟ ਫਿਰ ਵੀ ਅਸੀਂ 2 ਵੀਕਸ ਜਾਂ 3 ਵੀਕਸ ਦਾ ਆਫ ਦੇ ਦਿੰਦੇ ਹਾਂ ਜੀ। ਜਿਵੇਂ ਹੁਣ ਇਹਨਾਂ ਦੀ ਬੱਚਿਆਂ ਦੀ ਬ੍ਰੇਕ ਚੱਲ ਰਹੀਆਂ ਨੇ, ਫੈਬ ਤੱਕ ਅਜੇ ਵੀ ਬ੍ਰੇਕ, ਅੱਜ ਅਗਲੇ ਹਫਤੇ ਤੋਂ ਸਕੂਲ ਖੁੱਲ੍ਹਣਾ, ਮਗਰ ਅਸੀਂ ਸਕੂਲ 3 ਵੀਕਸ ਪਹਿਲਾਂ ਖੋਲ੍ਹ ਲਿਆ ਜੀ। ਬੱਚਿਆਂ ਨੂੰ ਅਸੀਂ 2 ਜਾਂ 3 ਵੀਕਸ ਵਿੱਚ ਆਫ ਕਰਦੇ ਹਾਂ, ਬਟ ਉਸ ਤੋਂ ਬਾਅਦ ਸਕੂਲ ਬ੍ਰੇਕਸ ਦੇ ਵਿੱਚ ਵੀ ਇਹ ਚੱਲਦਾ ਹੈ ਜੀ ਜੀ ਜੀ। ਓਵਰਆਲ ਉਦੇਸ਼ ਕੀ ਦੇਖਦੇ ਹੋ ਤੁਸੀਂ ਸਕੂਲ ਦਾ? ਇਹ ਹੋਈ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਵਾਲਾ ਕਨਸੈਪਟ ਹੈ ਕਿ ਜੋ ਜੀ ਇੱਕ ਮੈਂ ਖੁਦ ਇਸ ਚੀਜ਼ ਨੂੰ ਸਮਝਣਾ ਚਾਹੁੰਦਾ ਹਾਂ ਜਾਂ ਕੋਸ਼ਿਸ਼ ਕਰ ਰਿਹਾ ਸਮਝਣ ਕਿ ਉਹ ਜਿਹੜਾ ਸਿੱਖੀ ਵਾਲਾ ਇਸ਼ਕ ਹੈ ਜੀ, ਕਿ ਜਿੱਥੇ ਤੁਹਾਨੂੰ ਕਿਹਾ ਜਾਂਦਾ ਹੈ, ਮਨੀ ਸਿੰਘ ਜੀ ਨੂੰ ਕਿਹਾ ਤੁਹਾਡੇ ਅੰਗ ਕੱਟਦੇ ਆ, ਉਹ ਕਹਿੰਦਾ ਮੈਂ ਸੁਖਾਲਾ ਕਰ ਦੇਣਾ, ਮੈਂ ਤੁਹਾਡੇ ਪਾਰਟਸ ਥੋੜੇ ਵੱਡੇ ਵੱਡੇ ਕੱਟਦਾ, ਤੁਹਾਡੀ ਮੌਤ ਛੇਤੀ ਹੋ ਜਾਏਗੀ। ਤੇ ਉਹ ਅੱਗੋਂ ਕਹਿੰਦੇ ਨੇ ਕਿ ਨਹੀਂ, ਤੈਨੂੰ ਜੋ ਹੁਕਮ ਮਿਲਿਆ ਤੂੰ ਆਪਣੇ ਹੁਕਮ ਨੂੰ ਬਜਾ, ਤੂੰ ਅੰਗ ਤੈਨੂੰ ਲਿਖਿਆ ਤੇ ਤੂੰ ਅੰਗ ਬੰਦ ਜਿਹੜਾ ਹੈ ਤੇ ਤੂੰ ਬੰਦ ਕੱਟ। ਤੇ ਉਹ ਇਸ਼ਕ ਸਮਝਣ ਦੀ ਅਸੀਂ ਆਪ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਸ਼ਕ ਕੀ ਹੈ, ਉਹ ਕਿਹੜੇ ਐਕਸਟੈਂਟ ਤੇ ਜਾ ਕੇ ਉਹ ਸੋਚੀਆਂ ਜਾ ਰਹੇ ਨੇ, ਜਿੱਥੇ ਆਪਣਾ ਘਰ, ਆਪਣਾ ਪਰਿਵਾਰ, ਆਪਣਾ ਸਾਰਾ ਕੁਝ ਸਿੱਖੀ ਤੋਂ ਕੁਰਬਾਨ ਕਰਨ ਨੂੰ ਬਿਲਕੁਲ ਤਤਪਰ ਹੋਏ ਪਏ ਨੇ ਸਿੱਖ। ਤੇ ਉਹ ਸਵਾਦ ਅਸੀਂ ਖੁਦ ਲੈਣਾ ਚਾਹ ਰਹੇ ਹਾਂ ਤੇ ਫਿਰ ਕੋਸ਼ਿਸ਼ ਕਰ ਰਹੇ ਕਿ ਜਿਹੜੀ ਨੈਕਸਟ ਜਨਰੇਸ਼ਨ ਹੈ ਉੱਥੇ ਤੱਕ ਉਹ ਕੋਈ ਬੈਰੀਅਰ ਨਾ ਵਿੱਚ ਆ ਜਾਏ, ਕਿਉਂਕਿ ਤੇ ਹਾਂ ਉਹ ਇੱਕ ਬ੍ਰਿਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਗਰ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਹਨ ਹਨਾ, ਜਿਨ੍ਹਾਂ ਨੂੰ ਇੱਕ ਵਾਰੀ ਉਹਨਾਂ ਦੀ ਆਪਣੀ ਇੰਡੀਵਿਜੂਅਲ ਚੋਇਸ ਹੈ ਕਿ ਇਹਨਾਂ ਨੇ ਸਿੱਖੀ ਨੂੰ ਐਕਸੈਪਟ ਕਰਨਾ ਹੈ ਜਾਂ ਨਹੀਂ ਕਰਨਾ, ਬਟ ਅਸੀਂ ਉਹਨਾਂ ਦੇ ਅੱਗੇ ਇੱਕ ਵਧੀਆ ਆਪਸ਼ਨ ਕ੍ਰੀਏਟ ਕਰ ਰਹੇ ਹਾਂ ਕਿ ਅਗਰ ਤੁਸੀਂ ਸਿੱਖੀ ਨੂੰ ਸਿੱਖਣਾ ਹੈ ਤੇ ਉਹਦੇ ਜਿਹੜੇ ਕੁਝ ਸਟੈਪਸ ਨੇ ਉਹ ਅਸੀਂ ਤੁਹਾਨੂੰ ਸਕੂਲ ਦੇ ਵਿੱਚੋਂ ਫੋਲੋ ਕਰਾ ਦਿੰਦੇ ਹਾਂ ਜੀ। ਇਸ ਦੇ ਵਿੱਚ ਪੇਰੈਂਟਸ ਦਾ ਕੋਈ ਰਿਸਪੌਂਸ ਆਇਆ ਇੱਦਾਂ ਦਾ ਕਿ ਪੋਜ਼ਿਟਿਵ ਰਿਸਪੌਂਸ ਆਇਆ ਹੋਵੇ? ਇੱਕ ਤਾਂ ਉਹਨਾਂ ਨੇ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਡਿਸਕਲੋਜ਼ ਕੀਤਾ ਹੋਵੇ, ਡਿਸਕਸ ਕੀਤਾ ਹੋਵੇ, ਤੇ ਦੂਸਰਾ ਕਿ ਕੁਛ ਇੱਦਾਂ ਦੀ ਗਾਈਡੈਂਸ ਪੇਰੈਂਟਸ ਨੂੰ ਜਾਂ ਰਿਕੁਐਸਟ ਕੀਤੀ ਹੋਵੇ ਕਿ ਜਿਵੇਂ ਘਰ ਵਿੱਚ ਜ਼ਿਆਦਾ ਪੰਜਾਬੀ ਬੋਲੀ ਜਾਵੇ ਜਾਂ ਹੋਰ ਸਕੂਲ ਵੱਲੋਂ? ਹਾਂਜੀ ਬਿਲਕੁਲ, ਕਿਉਂਕਿ ਪਹਿਲਾ ਸਮੈਸਟਰ ਹੋਇਆ ਸੀਗਾ, ਪੈਰੈਂਟਸ ਨੂੰ ਨਹੀਂ ਪਤਾ ਸੀ ਹੋਣਾ ਕੀ ਹੈ, ਕਰਨਾ ਕੀ ਹੈ, ਬਟ ਮਿਡ ਆਫ ਦਾ ਸਮੈਸਟਰ ਵਿਚਾਲੇ ਹੀ ਉਹਨਾਂ ਨੇ ਸਾਨੂੰ ਫੀਡਬੈਕ ਆਉਣੀ ਸ਼ੁਰੂ ਹੋ ਗਈ ਸੀਗੀ ਤੇ ਬਹੁਤ ਵਧੀਆ ਫੀਡਬੈਕ ਸਨ। ਜਿਵੇਂ ਇੱਕ ਫੀਡਬੈਕ ਸੀ ਕਿ ਹੁਣ ਬੱਚਿਆਂ ਨੂੰ ਸਾਨੂੰ ਪਾਠ ਕਰਨ ਵਾਸਤੇ ਕਹਿਣਾ ਨਹੀਂ ਪੈ ਰਿਹਾ ਜੀ, ਤੇ ਉਹ ਆਪੇ ਬਹਿ ਕੇ ਕੋਨੇ 'ਚ ਪਾਠ ਕਰ ਰਹੇ ਨੇ। ਅਸੀਂ ਸੋਚਿਆ ਕਰ ਕੀ ਰਹੇ ਨੇ, ਜਾ ਕੇ ਦੇਖਿਆ ਤੇ ਉਹ ਵਾਹਿਗੁਰੂ ਦਾ ਸਿਮਰਨ ਕਰ ਰਹੇ ਸੀਗੇ। ਤੇ ਉਹ ਅਸੀਂ ਉਹ ਕੀ ਕੀਤਾ ਹੋਇਆ ਸੀ, ਇੱਕ ਬੀਬਾ ਬੱਚਾ ਇੱਕ ਐਕਸਰਸਾਈਜ਼ ਚਲਾਈ ਹੋਈ ਹੈ ਜੀ, ਉਸੇ ਜਿਵੇਂ ਸਾਰੇ ਹਫਤੇ ਦੇ ਪੂਰੇ ਹਫਤੇ ਦੀ ਇੱਕ ਟਾਸਕ ਬਣਾਏ ਹੋਏ ਨੇ। ਉਸੇ ਚਾਹੇ ਕਿ ਸਵੇਰੇ ਉੱਠ ਕੇ ਤੁਸੀਂ ਸਿਮਰਨ ਕੀਤਾ, ਤੁਸੀਂ ਪਾਠ ਕੀਤਾ, ਤੁਸੀਂ ਘਰ ਜਿਆਂ ਨੂੰ ਫਤਿਹ ਬੁਲਾਈ ਹੈ, ਤੁਸੀਂ ਪੂਰੇ ਦਿਨ ਵਿੱਚ ਖੇਡੇ ਸੀਗੇ, ਬਾਹਰ ਜਾ ਕੇ ਕਿ ਪਲੇ ਸਟੇਸ਼ਨ ਤੇ ਤਿੰਨ ਸੀ, ਗਰਾਊਂਡ ਵਿੱਚ ਗਏ ਸੀ ਤੇ ਤੁਸੀਂ ਸਮਾਈਲ ਕੀਤੀ ਸੀ, ਤੁਸੀਂ ਹੱਸੇ ਸੀ ਦਿਨ ਵਿੱਚ, ਤੇ ਤੁਸੀਂ ਕਿਸੇ ਦੀ ਮਦਦ ਕੀਤੀ ਸੀ। ਐਵੇਂ ਦੇ ਕੁਝ ਟਾਸਕ ਬਣਾਏ ਨੇ, ਚੈੱਕਲਿਸਟ ਨੇ, ਤੇ ਉਹਨਾਂ ਨੇ ਉਹਨੂੰ ਟਿਕ ਕਰਨਾ ਤੇ ਉਹ ਜਿੰਨੇ ਟਿਕ ਹੋਣਗੇ ਉਹ 70% ਉੱਤੇ ਟਿਕ ਹੋਣਗੇ ਤੇ ਫੋਰਨਾਈਟਲੀ ਹਰ ਜੋ ਦੂਜੇ ਹਫਤੇ ਉਹਨਾਂ ਨੂੰ ਸਕੂਲ ਦੇ ਅੰਦਰ ਉਹਨਾਂ ਦੀ ਅਚੀਵਮੈਂਟ ਤੇ ਪ੍ਰਾਈਜ਼ ਮਿਲੇਗਾ ਜੀ। ਤੇ ਉਸ ਚੀਜ਼ ਨੇ ਬੱਚਿਆਂ ਨੂੰ ਕਾਫੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਬੱਚੇ ਘਰੇ ਆਪੇ ਹੀ ਕਰਦੇ ਨੇ। ਤੇ ਉਹ ਟਿਕ ਜਿਹੜੀ ਹੈ ਬੱਚੇ ਨੇ ਆਪੇ ਨਹੀਂ ਲਾਣੀ, ਉਹ ਪੈਰੈਂਟਸ ਨੇ ਲਾਣੀ ਹੈ, ਤੇ ਇਸ ਕਰਕੇ ਪੈਰੈਂਟਸ ਦਾ ਵੀ ਇਨਵੋਲਵਮੈਂਟ ਹੋ ਗਿਆ ਤੇ ਉਹ ਦੇਖ ਪਾ ਰਹੇ ਨੇ। ਇੱਕ ਉਹ ਹੋਇਆ ਤੇ ਹੁਣ ਅਸੀਂ ਜਿਹੜਾ ਨਵਾਂ ਸਮੈਸਟਰ ਸਟਾਰਟ ਕੀਤਾ ਸੀ, ਕਿਉਂਕਿ ਹੋਰ ਐਡਮਿਸ਼ਨ ਨਹੀਂ ਲੈ ਰਹੇ ਸੀਗੇ, ਹੁਣ ਅਸੀਂ ਐਡਮਿਸ਼ਨ ਲੈ ਰਹੇ ਸੀਗੇ, ਤੇ ਕਾਫੀ ਪੈਰੈਂਟਸ ਇਸ ਕਰਕੇ ਆਏ ਨੇ ਕਿ ਇਸ ਸਕੂਲ ਦੇ ਅੰਦਰ ਇਤਿਹਾਸ ਨੂੰ ਬੱਚਿਆਂ ਨਾਲ ਰਿਲੇਟ ਕਰਕੇ ਤੇ ਸੰਥਿਆ ਕਲਾਸ ਹੋ ਰਹੀ ਹੈ ਜੀ, ਤੇ ਇਸ ਕਰਕੇ ਉਹ ਕਾਫੀ ਐਡਮਿਸ਼ਨ ਸਾਡੇ ਕੋਲ ਆਏ ਨੇ। ਅਸੀਂ ਲਗਭਗ ਆਪਣੀ ਜਿਹੜੀ ਸਾਡੀ ਕੈਪੈਸਿਟੀ ਹੈ ਉਹਦੇ ਕੋਲ ਪਹੁੰਚ ਗਏ ਹਾਂ, ਤੇ ਇਸ ਤੋਂ ਬਾਅਦ ਸ਼ਾਇਦ ਸਾਡੇ ਵਾਸਤੇ ਹੋਰ ਬੱਚਿਆਂ ਨੂੰ ਐਕੋਮੋਡੇਟ ਕਰਨਾ ਔਖਾ ਹੋ ਜਾਏਗਾ, ਅਦਰਵਾਈਜ਼ ਸਾਨੂੰ ਹੋਰ ਕੋਈ ਸੋਲੂਸ਼ਨ ਲੱਭਣਾ ਪੈਣਾ ਹਾਂ, ਜਾਂ ਸਾਨੂੰ ਈਵਨਿੰਗ ਜਾਂ ਸੈਟਰਡੇ ਸੰਡੇ ਦਾ ਸਕੂਲ ਕਰਨਾ ਪੈ ਸਕਦਾ ਹੈ। ਅਸੀਂ ਉਸ ਤੇ ਹੋਰ ਵਿਚਾਰ ਕਰ ਰਹੇ ਹਾਂ ਕਿ ਅਸੀਂ ਇਹਨੂੰ ਕਿੱਦਾਂ ਕਰ ਸਕਦੇ ਹਾਂ, ਐਕਸਪੈਂਡ ਕਰ ਸਕਦੇ ਹਾਂ ਜੀ ਜੀ। ਕਲੋਜ਼ਿੰਗ ਦੇ ਜਾਂਦੇ ਹੋਏ ਤੁਸੀਂ ਕੁਝ ਕਹਿਣਾ ਚਾਹੋਗੇ, ਕੋਈ ਮੈਸੇਜ ਪੇਰੈਂਟਸ ਵਾਸਤੇ, ਕਮਿਊਨਿਟੀ ਵਾਸਤੇ? ਸਕੂਲ ਦੇ ਬਿਹਾਫ ਤੇ ਅਸੀਂ ਜਿਹੜੇ ਹੈ ਕਿ ਸਾਡਾ ਜਿਹੜਾ ਮੇਨ ਟੀਚਾ ਹੈ ਕਿ ਉਹ ਬੱਚਿਆਂ ਨੂੰ ਕਿਸੇ ਤਰ੍ਹਾਂ ਗੁਰੂ ਘਰਾਂ ਦੇ ਕੰਪਲੈਕਸ ਦੇ ਅੰਦਰ ਲਿਆਈਏ। ਜੇ ਬੱਚੇ ਕੰਪਲੈਕਸ ਦੇ ਅੰਦਰ ਆ ਜਾਣਗੇ ਤੇ ਉਹਨਾਂ ਦੀਆਂ ਕਾਫੀ ਸਮੱਸਿਆ ਦਾ ਹੱਲ ਉੱਥੋਂ ਹੀ ਹੋ ਜਾਏਗਾ, ਉਹਨਾਂ ਦੀ ਸੰਗਤ ਆਪੇ ਸੁਧਰ ਜਾਏਗੀ, ਉਹਨਾਂ ਨੂੰ ਸਿੱਖ ਸੱਭਿਆਚਾਰ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਏਗਾ, ਜੋ ਤੁਹਾਨੂੰ ਸਿਖਾਉਣਾ ਨਹੀਂ ਪਏਗਾ। ਉਹ ਸਿਰਫ ਉਹਨਾਂ ਦਾ ਗੁਰੂ ਘਰ ਦੀ ਪਰਿਕਰਮਾ ਦੇ ਅੰਦਰ ਆਉਣ ਨਾਲ ਹੀ ਇਹ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਨਿਦਾਰਨ ਆਪਣੇ ਆਪ ਹੋ ਜਾਏਗਾ। ਉਹ ਜਿਹੜੇ ਡਰੱਗਸ ਵਾਲੇ ਪਾਸੇ, ਐਲਕੋਹਲ ਵਾਲੇ ਪਾਸੇ ਜਾਣਾ
ਉਹਨਾਂ ਦਾ ਵੀਕਐਂਡ ਤੇ ਜੀ ਉਹਦੇ ਚਾਂਸਸ ਹੋਰ ਘੱਟ ਹੋ ਜਾਣਗੇ ਜੀ ਤੇ ਪੈਰੈਂਟਸ ਨੂੰ ਇਹ ਕਿ ਇਹ ਜਿਹੜੀ 5 ਸਾਲ ਤੋਂ ਲੈ ਕੇ 12 13 14 ਸਾਲ ਤੱਕ ਦੀ ਜਿਹੜੀ ਏਜ ਹੈ ਇਹ ਬੜੀ ਕੋਮਲ ਮੱਟੀ ਹੈ ਜੀ ਤੇ ਇਹਨੂੰ ਅਸੀਂ ਸਿੱਖੀ ਸਰੂਪ ਦੇ ਅੰਦਰ ਢਾਲਣ ਵਿੱਚ ਥੋੜਾ ਸੁਖਾਲਾ ਜਿਹਾ ਹੋ ਜਾਏਗਾ ਅਗਰ ਅਸੀਂ ਇਸ ਏਜ ਨੂੰ ਫੋਕਸ ਕਰ ਲਿਆ ਜੀ ਤੇ ਅਗਰ ਅਸੀਂ ਇੱਥੇ ਕਾਮਯਾਬ ਹੋ ਗਏ ਤੇ ਫਿਰ ਅੱਗੇ ਜਿਹੜੀ ਉਹ ਟੀਨੇਜਰ ਤੋਂ ਬਾਅਦ ਜਿਹੜੇ ਇਹਨਾਂ ਦੀ ਚੇਂਜ ਆਣਗੇ ਜੀ। ਉਹ ਆਪਣੇ ਆਪ ਹੀ ਬੱਚੇ ਆਪਣੇ ਆਪ ਨੂੰ ਸਾਂਭਣ ਜੋਗੇ ਇਨਫ ਹੋ ਜਾਣਗੇ ਫਾਊਂਡੇਸ਼ਨ ਉਹਨਾਂ ਦੀ ਸਟਰੋਂਗ ਹੋ ਜਾਏਗੀ ਤੇ ਨਾਲ ਹੀ ਨਾਲ ਅਸੀਂ ਹੋਰ ਵੀ ਕਰ ਰਹੇ ਪੰਜਾਬੀ ਸਿਰਫ ਇੱਕ ਲੈਂਗੁਏਜ ਸਕੂਲ ਦਾ ਨਹੀਂ ਹੈ ਇਹ ਇੱਕ ਸਿੱਖੀ ਜਿਵੇਂ ਸਾਡਾ ਧਰਮਸ਼ਾਲਾ ਹੁੰਦੀ ਸੀਗੀ ਅਸੀਂ ਉਹਦੇ ਕਨਸੈਪਟ ਤੇ ਆ ਗਏ ਆ ਅਸੀਂ ਹੁਣ ਮੀਨ ਟਾਈਮ ਤੇ ਗੱਲ ਕਰ ਰਹੇ ਹਾਂ ਐਮਐਮਐਮ ਮਿਕਸ ਮਾਰਸ਼ਲ ਆਰਟ ਦੀ ਗੱਲ ਚੱਲ ਰਹੀ ਹੈ ਸਾਡੀ ਵੀਕਡੇਜ਼ ਦੇ ਅੰਦਰ ਅਸੀਂ ਉਹ ਕਰਨ ਦੇ ਚਾਹ ਰਹੇ ਹਾਂ ਵੈਰੀ ਸੂਨ ਅਸੀਂ ਮੈਥ ਐਂਡ ਸਾਇੰਸ ਦੀਆਂ ਕਲਾਸਾਂ ਸਟਾਰਟ ਕਰਨ ਲੱਗੇ ਹਾਂ ਵੀਕਡੇਜ਼ ਦੇ ਅੰਦਰ ਜਿਸ ਵਿੱਚ 9 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਅਜੇ ਪਹਿਲਾਂ ਬੈਚ ਉਹਨਾਂ ਦਾ ਅਸੀਂ ਕਰਦੇ ਹਾਂ ਜਿਵੇਂ ਮੈਥ ਤੇ ਸਾਇੰਸ ਜਿਹੜੇ ਲੋਕਲ ਦੂਜੇ ਇੰਸਟੀਚਿਊਟ ਜਾ ਰਹੇ ਨੇ ਜਿੱਥੇ ਉਹ ਪੈਸੇ ਨੂੰ ਵੰਦੇ ਨੇ ਜੀ ਅਸੀਂ ਉਸ ਤੋਂ ਬੈਟਰ ਕੁਆਲਿਟੀ ਦੇ ਜਿਹੜੇ ਸਾਡੇ ਕੋਲ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਜੀ AIT ਦੇ ਪ੍ਰੋਫੈਸਰ ਆਕਲੈਂਡ ਦੇ ਪ੍ਰੋਫੈਸਰ ਉਹ ਸਾਡੇ ਨਾਲ ਮਿਲੇ ਹੋਏ ਨੇ ਸਾਡੇ ਟੀਮ ਵਿੱਚ ਆਏ ਨੇ ਸਾਡੇ ਇੱਥੇ ਦੇ ਜੰਪਲ ਬੱਚੇ ਜਿਹੜੇ ਇੱਥੇ ਦੇ ਸਕੂਲਾਂ 'ਚ ਪੜ੍ਹੇ ਨੇ ਉਹ ਬੱਚਿਆਂ ਨੇ ਮਿਲ ਕੇ ਇੱਕ ਸਿਲੇਬਸ ਨੂੰ ਕ੍ਰੀਏਟ ਕੀਤਾ ਜਿਸ ਵਿੱਚ ਨਿਊਜ਼ੀਲੈਂਡ ਦਾ ਸਿਲੇਬਸ ਸਿੰਗਾਪੁਰ ਦਾ ਸਿਲੇਬਸ ਤੇ ਫਿਨਲੈਂਡ ਦਾ ਸਿਲੇਬਸ ਇਹਨਾਂ ਤਿੰਨਾਂ ਸਿਲੇਬਸਾਂ ਨੂੰ ਐਨਾਲਾਈਜ਼ ਕਰਕੇ ਇੱਕ ਸਿਲੇਬਸ ਬਣਾਇਆ ਗਿਆ ਕਿ ਸਾਡੇ ਬੱਚੇ ਅਗਰ ਨਿਊਜ਼ੀਲੈਂਡ ਤੋਂ ਬਾਹਰ ਵੀ ਜਾਂਦੇ ਨੇ ਤਾਂ ਉਹਨਾਂ ਦੇ ਵਾਸਤੇ ਕੁਝ ਹਾਰਡ ਨਾ ਹੋਵੇ ਹਨਾ ਉਹ ਕਿਧਰ ਵੀ ਜਾ ਕੇ ਕੰਪੀਟ ਈਜ਼ੀਲੀ ਕਰ ਲੈਣ ਉਸ ਹਿਸਾਬ ਨੂੰ ਲੈ ਕੇ ਅਸੀਂ ਉਹ ਸਿਲੇਬਸ ਕ੍ਰੀਏਟ ਕਰ ਰਹੇ ਹਾਂ ਤੇ ਜੇ ਸਾਰਾ ਸਭ ਕੁਝ ਠੀਕ ਰਿਹਾ ਐਸ ਪਰ ਪਲਾਨ ਲਿਆ ਤੇ ਅਸੀਂ ਮਿਡ ਆਫ ਦਾ ਫੈਬਰੂਰੀ ਅਰਲੀ ਮਾਰਚ ਵਿੱਚ ਉਸ ਪ੍ਰੋਜੈਕਟ ਨੂੰ ਵੀ ਲਾਂਚ ਕਰ ਦਿਆਂਗੇ ਜੀ ਬਹੁਤ ਖੂਬ ਗੁਰਜੋਤ ਸਿੰਘ ਜੀ ਤੁਸੀਂ ਅੱਜ ਇੱਥੇ ਆਏ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ